ਹਰਜਿੰਦਰ ਸੂਰੇਵਾਲੀਆ ਦਾ ਕਹਾਣੀ ਸੰਗ੍ਰਹਿ ਹੈ ਅਰਥ ਬਦਲਦੇ ਰਿਸ਼ਤੇ। ਪਹਿਲੀ ਕਹਾਣੀ ਰੋਸ਼ਨਦਾਨ। ਜਗਦੇਵ ਦੀ ਅੱਜ ਸੁਹਾਗ ਰਾਤ ਸੀ। ਤਕਰੀਬਨ ਸਾਰਾ ਹੀ ਮੇਲ ਗੇਲ ਤੁਰ ਗਿਆ ਸੀ। ਉਹਦੀ ਇੱਕੋ ਇੱਕ ਖਾਸਮ ਖਾਸ ਸਕੀਰੀ ਭੂਆ ਦਾ ਸਾਰਾ ਪਰਿਵਾਰ ਆਇਆ ਸੀ, ਪਰ ਉਹ ਵੀ ਮੁੜ ਗਏ ਸਨ। ਭੂਆ ਦਾ ਸਾਰਿਆਂ ਤੋਂ ਛੋਟਾ ਪੁੱਤ ਸੁਰਜੀਤ, ਉਹਦੀ ਘਰਵਾਲੀ ਰਣਜੀਤ ਤੇ ਉਹਨਾਂ ਦਾ 4 ਕੁ ਸਾਲ ਦਾ ਬੱਚਾ ਵਿਆਹ ਵਾਲੇ ਘਰ ਰਹਿ ਗਏ ਸਨ। ਜਗਦੇਵ ਦੀ ਛੋਟੀ ਮਾਸੀ ਤੇ ਮਾਸੜ ਵੀ ਰਹਿ ਪਏ ਸਨ। ਉਹਦਾ ਵੱਡਾ ਮਾਮਾ ਤੇ ਉਹਦਾ ਹਰ ਪਰਿਵਾਰ ਰੋਟੀ ਖਾ ਕੇ ਆਪਣੇ ਘਰ ਚਲੇ ਗਏ ਸਨ। ਰਾਜਾ ਰਾਣੀ ਵੀ ਕੰਮ ਧੰਦਾ ਮੁਕਾ ਕੇ ਆਪਣੀ ਰੋਟੀ ਤੇ ਮਠਿਆਈ ਬੰਨ ਕੇ ਲੈ ਗਏ। ਸਾਰੇ ਰੋਟੀ ਖਾ ਚੁੱਕੇ ਸਨ, ਪਰ ਉਹਦਾ ਫੌਜੀ ਮਾਮਾ, ਮਾਸੜ ਤੇ ਸੁਰਜੀਤ ਅਜੇ ਵੀ ਵਰਾਂਡੇ 'ਚ ਬੈਠੇ ਪੀ ਰਹੇ ਸਨ। ਮਾਮੀ ਤੇ ਮਾਸੀ ਕੋਲ ਪਏ ਦੂਜੇ ਮੰਜੇ ਤੇ ਬੈਠੀਆਂ ਗੱਲਾਂ ਕਰ ਰਹੀਆਂ ਸਨ। ਰਣਜੀਤ ਜਗਦੇਵ ਦੀ ਵਹੁਟੀ ਕੋਲ ਅੰਦਰ ਬੈਠੀ ਸੀ। ਜਗਦੇਵ ਗਲੀ ਵਾਲੇ ਵੱਡੇ ਬਾਰ ਦੀ ਅਰ ਲਾਇਆ ਤੇ ਮਾਮੇ ਹੋਰਾਂ ਕੋਲ ਬੈਠ ਗਿਆ। ਸੁਰਜੀਤ ਨੇ ਉਹਨੂੰ ਪੈਗ ਦੀ ਸੁਲਾ ਮਾਰੀ, ਪਰ ਉਹਨੇ ਹੱਸਦੇ ਹੋਏ ਨਾਂਹ 'ਚ ਸਿਰ ਫੇਰ ਦਿੱਤਾ। ਸ਼ਰਾਬ ਦਾ ਤਾਂ ਉਹਨੇ ਅਜੇ ਤੱਕ ਸਵਾਦ ਵੀ ਨਹੀਂ ਸੀ ਵੇਖਿਆ। ਸੁਰਜੀਤ ਵੀ ਉਹਨੂੰ ਐਵੇਂ ਟੋਹ ਰਿਹਾ ਸੀ। ਖਾਓ ਰੋਟੀ ਤੁਸੀਂ ਵੀ, ਹੁਣ ਬਹੁਤ ਪੀ ਲਈ। ਜਗਦੇਵ ਦੀ ਮਾਮੀ ਨੇ ਪੀਣ ਵਾਲਿਆਂ ਨੂੰ ਕਿਹਾ ਤੇ ਉੱਠ ਕੇ ਚੌਂਤਰੇ ਵੱਲ ਤੁਰ ਪਈ। ਉਹਨਾਂ ਨੇ ਆਖਰੀ ਪੈਗ ਪਾਇਆ ਤੇ ਰੋਟੀ ਖਾਣ ਲਈ ਤਿਆਰ ਹੋ ਗਏ। ਮਾਸੀ ਤੇ ਮਾਮੀ ਨੇ ਉਹਨਾਂ ਤਿੰਨਾਂ ਨੂੰ ਰੋਟੀ ਖਵਾ ਦਿੱਤੀ ਤੇ ਫਿਰ ਉਹਨਾਂ ਨੇ ਵਰਾਂਡੇ 'ਚ ਡਾਹੇ ਚਾਰਾਂ ਮੰਜਿਆਂ ਤੇ ਬਿਸਤਰੇ ਵਿਛਾ ਦਿੱਤੇ। ਮਾਮਾ ਤੇ ਮਾਸੜ ਆਪਣੇ ਆਪਣੇ ਮੰਜਿਆਂ ਤੇ ਪੈ ਗਏ। ਉਹ ਤੇ ਸੁਰਜੀਤ ਇੱਕ ਮੰਜੇ ਤੇ ਬੈਠ ਗਏ। ਦੂਜੇ ਮੰਜੇ ਤੇ ਮਾਮੀ ਤੇ ਮਾਸੀ ਬੈਠ ਗਈਆਂ ਤੇ ਉਹ ਫੇਰ ਗੱਲੀਂ ਲੱਗ ਗਏ। ਕੁਝ ਸਮੇਂ ਬਾਅਦ ਰਣਜੀਤ ਕੌਰ ਮੁਸਕਰਾਉਂਦੀ ਹੋਈ ਆਈ ਤੇ ਬੋਲੀ, ਆ ਭਾਈ ਜਗਦੇਵ, ਤੈਨੂੰ ਤੇਰੇ ਕਮਰੇ 'ਚ ਛੱਡ ਆਵਾਂ। ਉੱਠ ਕੇ ਭਰਜਾਈ ਦੇ ਮਗਰ ਤੁਰ ਪਿਆ। ਨਵੀਂ ਵਹੁਟੀ ਸਜੀ ਧਜੀ ਆਪਣੇ ਦਾਜ 'ਚ ਲਿਆਂਦੇ ਢੋਅ ਵਾਲੇ ਡਬਲ ਬੈੱਡ ਤੇ ਬੈਠੀ ਸੁਰਜੀਤ ਦੇ ਬੱਚੇ ਨਾਲ ਖੇਡ ਰਹੀ ਸੀ। ਵਿਆਹ ਤੋਂ ਕੁਝ ਚਿਰ ਪਹਿਲਾਂ ਹੀ ਇਹ ਕਮਰਾ ਤਿਆਰ ਕੀਤਾ ਗਿਆ ਸੀ। ਨਾਲ ਹੀ ਜੁੜਵਾਂ ਬਾਥਰੂਮ ਸੀ। ਇਸ ਕਮਰੇ 'ਚ ਪਹਿਲਾਂ 2-3 ਸੂਤ ਦੇ ਮੰਜੇ ਡਾਏ ਹੁੰਦੇ ਸਨ, ਪਰ ਹੁਣ ਇਸ ਵਹੁਟੀ ਵੱਲੋਂ ਲਿਆਂਦਾ ਡਬਲ ਬੈੱਡ, ਛੋਟਾ ਜਿਹਾ ਡਰੈਸਿੰਗ ਟੇਬਲ, 2 ਕੁਰਸੀਆਂ ਤੇ ਉਹਨਾਂ ਦੀ ਅੱਗੇ ਤਿਪਾਈ ਟਿਕਾ ਦਿੱਤੀ ਗਈ ਸੀ। ਸੁਰਜੀਤ ਦੀ ਪਤਨੀ ਬੈੱਡ ਤੇ ਬੈਠ ਗਈ ਤੇ ਉਹ ਇੱਕ ਕੁਰਸੀ ਤੇ ਬੈਠ ਗਿਆ। ਵਹੁਟੀ ਨੇ ਉਹਦਾ ਹੱਥ ਜੋੜ ਕੇ ਮੁਸਕਰਾ ਕੇ ਸਵਾਗਤ ਕੀਤਾ ਤੇ ਫਿਰ ਸੁਰਜੀਤ ਦੇ ਬੱਚੇ ਨਾਲ ਖੇਡਣ ਦਾ ਵਿਖਾਵਾ ਕਰਨ ਲੱਗੀ। ਰਣਜੀਤ ਨੇ ਵਹੁਟੀ ਦੇ ਕੰਨ 'ਚ ਕੋਈ ਗੱਲ ਕੀਤੀ ਤੇ ਉੱਠ ਕੇ ਚਲੀ ਗਈ ਤੇ ਆ ਕੇ ਗਰਮ ਦੁੱਧ ਦੇ ਭਰੇ 2 ਸਟੀਲ ਦੇ ਗਲਾਸ ਤਪਾਈ ਉੱਤੇ ਰੱਖ ਕੇ ਫਿਰ ਵਹੁਟੀ ਦੇ ਨਾਲ ਜੁੜ ਕੇ ਬੈਠ ਗਈ। ਉਹ ਕੁਝ ਦੇਰ ਕਾਨਾਫੂਸੀ ਕਰਦੀਆਂ ਰਹੀਆਂ। ਫਿਰ ਰਣਜੀਤ ਉੱਠ ਕੇ ਖੜੀ ਹੋਈ ਬੋਲੀ, ਲਓ ਭਾਈ, ਮੈਂ ਤਾਂ ਆਪਣੀਆਂ ਸਾਰੀਆਂ ਡਿਊਟੀਆਂ ਨਿਭਾਤੀਆਂ ਤੇ ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਇਹ ਕਹਿ ਕੇ ਉਹ ਆਪਣੇ ਜਵਾਕ ਨੂੰ ਚੁੱਕ ਕੇ ਚਲੀ ਗਈ। ਜਗਦੇਵ ਉੱਠਿਆ ਤੇ ਬੂਹਾ ਬੰਦ ਕਰਕੇ ਬੈੱਡ ਤੇ ਜਾ ਬੈਠਾ। ਵਹੁਟੀ ਉਹਦੇ ਸਾਹਮਣੇ ਸ਼ਰਮਾਉਂਦੀ ਹੋਈ ਨੀਵੀਂ ਪਾਈ ਬੈਠੀ ਸੀ। ਜਗਦੇਵ ਨੇ ਉਹਦੀ ਠੋਡੀ ਹੇਠਾਂ ਹੱਥ ਦੇ ਕੇ ਮੂੰਹ ਤਾਂ ਚੱਕ ਦਿੱਤਾ ਤੇ ਅੱਖਾਂ 'ਚ ਅੱਖਾਂ ਪਾ ਕੇ ਵੇਖਣ ਲੱਗਾ। ਮੋਟੀਆਂ ਮੋਟੀਆਂ ਕਾਲੀਆਂ ਅੱਖਾਂ, ਤਿੱਖਾ ਨੱਕ, ਸੂਹੀ ਭਾ ਮਾਰਦਾ ਗੋਰਾ ਰੰਗ, ਗੱਲ 'ਚ ਪੈਂਦਾ ਟੋਇਆ, ਤੇ ਉਹ ਉਹਨੂੰ ਵੇਖਦਾ ਹੀ ਰਹਿ ਗਿਆ। ਰਣਜੀਤ ਉਹਨੂੰ ਦੱਸਦੀ ਹੁੰਦੀ ਸੀ ਕਿ ਜਗਦੇਵ ਜਮਾਂ ਹੀ ਮੇਰੇ ਵਰਗੀ ਹੈ, ਉਹਨੂੰ ਕੱਢ ਲੈ ਤੇ ਮੈਨੂੰ ਲੁਕੋ ਲੈ। ਪਰ ਜਗਦੇਵ ਨੂੰ ਤਾਂ ਉਹ ਆਪਣੀ ਭਰਜਾਈ ਨਾਲੋਂ ਵੀ ਵੱਧ ਸੋਹਣੀ ਲੱਗੀ। ਪਤਨੀ ਨੇ ਵੀ ਪਤੀ ਨੂੰ ਨਿਹਾਰਿਆ। ਸੋਹਣਾ ਸੁਨੱਖਾ ਗੱਭਰੂ ਸਾਹਮਣੇ ਬੈਠਾ ਵੇਖ ਕੇ ਉਹਦੀ ਵੀ ਰੂਹ ਖੁਸ਼ ਹੋ ਗਈ। ਜਗਦੇਵ ਉਹਦੀ ਚੁੰਨੀ ਲਾਉਣ ਲੱਗਿਆ, ਪਰ ਚੁੰਨੀ ਸਿਰ ਦੇ ਵਾਲਾਂ 'ਚ ਲੱਗੀ ਕਲਿੱਪ ਚੜ ਗਈ। ਵਹੁਟੀ ਨੇ ਚੁੰਨੀ ਵਾਲਾਂ ਦੇ ਕਲਿੱਪ 'ਚੋਂ ਕੱਢੀ ਤੇ ਲਾ ਕੇ ਬੈੱਡ ਦੀ ਢੋਹ ਤੇ ਰੱਖ ਦਿੱਤੀ। ਫਿਰ ਜਗਦੇਵ ਨੇ ਉਹਨੂੰ ਹੱਥ ਨਾਲ ਕੋਈ ਇਸ਼ਾਰਾ ਕੀਤਾ। ਵਹੁਟੀ ਨੇ ਜਗ ਦੇ ਬੱਲਬ ਵੱਲ ਉਂਗਲੀ ਕਰ ਦਿੱਤੀ। ਉਹ ਮੁਸਕਰਾਉਂਦਾ ਹੋਇਆ ਨਾਂਹ 'ਚ ਸਿਰ ਮਾਰਨ ਲੱਗਾ ਤੇ ਉਸੇ ਤਰ੍ਹਾਂ ਮੁਸਕਰਾਉਂਦੀ ਹੋਈ ਵਹੁਟੀ ਵੀ ਨਾਂਹ 'ਚ ਸਿਰ ਮਾਰਨ ਲੱਗੀ। ਥੋੜ੍ਹੀ ਜਿਹੀ ਜ਼ਿੱਦ ਕਰਨ ਤੋਂ ਬਾਅਦ ਜਗਦੇਵ ਨੇ ਹਾਰ ਮੰਨਦੇ ਹੋਏ ਬੱਤੀ ਬੰਦ ਕਰ ਦਿੱਤੀ। ਕਮਰੇ 'ਚ ਹਨੇਰ ਹੋ ਗਿਆ। ਫਿਰ ਜਗਦੇਵ ਨੇ ਕੱਪੜਿਆਂ ਦੀ ਸਰਸਰਾਹਟ ਸੁਣੀ। 2-3 ਵਾਰੀ ਅਸਮਾਨੀ ਬਿਜਲੀ ਵਾਂਗ ਚਾਨਣ ਦੇ ਲਿਸ਼ਕਾਰੇ ਜਿਹੇ ਵੱਜੇ। ਸਰੀਰ ਦੀ ਰਗੜ ਨਾਲ ਲਾਏ ਜਾ ਰਹੇ ਸਿਲਕੀ ਕੱਪੜੇ ਚੰਗਿਆੜੇ ਛੱਡ ਰਹੇ ਸਨ। ਜਗਦੇਵ ਨੇ ਇਹ ਲੌਕਿਕ ਦ੍ਰਿਸ਼ ਪਹਿਲੀ ਵਾਰ ਵੇਖਿਆ ਤੇ ਉਹਦਾ ਸਾਹ ਤੇਜ਼ੀ ਨਾਲ ਚੱਲਣ ਲੱਗਿਆ। ਜਦੋਂ ਦੋਵੇਂ ਸਰੀਰਕ ਸੁੱਖ ਦੀ ਚਰਮ ਸੀਮਾ ਤੇ ਸਨ ਤੇ ਅਚਾਨਕ ਜਗਦੇਵ ਦੀ ਨਜ਼ਰ ਕਮਰੇ ਦੇ ਰੋਸ਼ਨਦਾਨ ਵੱਲ ਚਲੀ ਗਈ, ਜਿਹਦੀਆਂ ਮੋਰੀਆਂ ਵਿੱਚੋਂ ਵਿਹੜੇ 'ਚ ਜਗਦੇ ਬੱਲਬ ਦਾ ਪ੍ਰਕਾਸ਼ ਅੰਦਰ ਆ ਰਿਹਾ ਸੀ। ਤੇ ਫਿਰ ਉਹਦਾ ਸਰੀਰ ਢਿੱਲਾ ਪੈਣ ਲੱਗਿਆ ਤੇ ਉਹਦਾ ਮੂੰਹ ਸਰਾਣੇ ਤੇ ਅੱਡ ਗਿਆ, ਜਿਵੇਂ ਟਿਊਬ ਦਾ ਪਟਾਕਾ ਪੈਣ ਤੇ ਟਾਇਰ ਹੇਠਾਂ ਬੈਠ ਜਾਂਦਾ ਹੈ। ਜਗਦੇਵ ਦਾ ਬਾਪ ਸ਼ੌਕੀਨ ਜੱਟ ਸੀ। ਜ਼ਮੀਨ ਥੋੜ੍ਹੀ ਹੋਣ ਕਾਰਨ ਉਹ ਮਿੱਟੀ ਨਾਲ ਮਿੱਟੀ ਹੋਣ ਦੀ ਬਜਾਏ ਟਰੱਕਾਂ ਵਾਲੇ ਕੰਮ 'ਚ ਪੈ ਗਿਆ।
ਪਹਿਲਾਂ ਉਹਨੇ ਡਰਾਈਵਰੀ ਸਿੱਖੀ ਤੇ ਕਈ ਸਾਲ ਇੱਕ ਸੇਠ ਦੇ ਟਰੱਕ ਚਲਾਉਂਦਾ ਰਿਹਾ। ਫਿਰ ਉਹਨੇ ਕੁਝ ਜ਼ਮੀਨ ਬੈਗ ਕਰਕੇ ਬੈਂਕ ਤੋਂ ਕਰਜ਼ਾ ਲੈ ਕੇ ਆਪਣਾ ਨਵਾਂ ਟਰੱਕ ਪਾ ਲਿਆ। ਜਿਵੇਂ ਉਹ ਆਪ ਬਣ ਠਣ ਕੇ ਰਹਿੰਦਾ ਸੀ, ਉਵੇਂ ਉਹ ਆਪਣੇ ਟਰੱਕ ਨੂੰ ਲਿਸ਼ਕਾ ਸ਼ਿੰਗਾਰ ਕੇ ਰੱਖਦਾ। ਉਹਨੇ ਖੱਬੇ ਪਾਸੇ ਵਾਲੀ ਬਾਰੀ ਤੇ ਲਿਖਵਾਇਆ ਹੋਇਆ ਸੀ, ਜੁੱਤੀ ਝਾੜ ਕੇ ਚੜੀ ਮੁਟਿਆਰੀ ਨੀ ਗੱਡੀ ਐ ਸ਼ੌਕੀਨ ਜੱਟ ਦੀ। ਇਸੇ ਤਰ੍ਹਾਂ ਪਿੱਛੇ ਡਾਲੇ ਤੇ ਲਿਖਿਆ ਹੋਇਆ ਸੀ, ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ। ਪਹਿਲ ਜਦੋਂ ਟਰੱਕ ਤੇ ਜਾਂਦਾ ਸੀ ਤਾਂ 2-3 ਮਹੀਨੇ ਘਰੇ ਹੀ ਨਹੀਂ ਸੀ ਮੁੜਦਾ। ਉਦੋਂ ਛੜਾ ਛਾਂਟ ਸੀ। ਸਾਕ ਉਹਨੂੰ ਕੋਈ ਹੋਇਆ ਨਹੀਂ ਸੀ। ਉਹਦਾ ਬਾਪੂ ਜਿਉਂਦਾ ਸੀ ਜੋ ਜ਼ਮੀਨ ਨਾਲ ਘੁਲਦਾ ਰਹਿੰਦਾ। ਪਰ ਜਦੋਂ ਉਹਨੇ ਆਪਣਾ ਟਰੱਕ ਪਾ ਲਿਆ ਤਾਂ ਉਹਨੂੰ ਰਿਸ਼ਤਾ ਵੀ ਹੋ ਗਿਆ। ਵਿਆਹ ਵੇਲੇ ਉਹਦੀ ਉਮਰ 30 ਤੋਂ ਟੱਪ ਚੁੱਕੀ ਸੀ, ਪਰ ਉਹਦੀ ਮਲੂਕ ਜੀ ਵਹੁਟੀ ਦੀ ਉਮਰ 20 ਤੋਂ ਵੀ ਘੱਟ ਸੀ ਤੇ ਉਹ ਸੀ ਵੀ ਬਹੁਤ ਸੋਹਣੀ। ਬਾਪੂ ਦੀ ਮੌਤ ਹੋ ਚੁੱਕੀ ਸੀ ਤੇ ਹੁਣ ਉਹ ਛੇਤੀ ਤੋਂ ਛੇਤੀ ਘਰ ਗੇੜਾ ਮਾਰਦਾ। ਉਹਨੂੰ ਦੇਬੇ ਡਰਾਈਵਰ ਦੀ ਗੱਲ ਵੀ ਯਾਦ ਆ ਜਾਂਦੀ, ਜਿਹੜਾ ਕਹਿੰਦਾ ਹੁੰਦਾ ਸੀ, ਹਫ਼ਤੇ 10 ਦਿਨ ਤੋਂ ਤਾਂ ਕੰਨ ਵੀ ਡੱਕਾ ਭਾਲਦਾ ਹੈ। ਸਾਲ ਦੇ ਅੰਦਰ ਹੀ ਵਹੁਟੀ ਨੇ ਮੁੰਡਾ ਜੰਮ ਲਿਆ। ਦੂਸਰੇ ਸਾਲ ਉਹਨੇ ਕੁੜੀ ਜੰਮੀ, ਜਿਹੜੀ ਕੁਝ ਘੰਟਿਆਂ ਬਾਅਦ ਹੀ ਮਰ ਗਈ ਤੇ ਉਸ ਤੋਂ ਬਾਅਦ ਉਹਦੀ ਕੁੱਖ ਹਰੀ ਨਾ ਹੋਈ। ਉਹਨਾਂ ਦੇ ਵਿਆਹ ਨੂੰ 10 ਸਾਲ ਤੋਂ ਉੱਪਰ ਹੋ ਚੁੱਕੇ ਸਨ, ਪਰ ਡਰਾਈਵਰ ਦਾ ਜੋਸ਼ ਮੱਠਾ ਨਹੀਂ ਸੀ ਪਿਆ। ਉਹ ਛੇਤੀ ਤੋਂ ਛੇਤੀ ਘਰ ਮੁੜਨ ਦੀ ਕੋਸ਼ਿਸ਼ ਕਰਦਾ ਤੇ ਆਉਣ ਸਾਰ ਪਤਨੀ ਦੀ ਬਾਂਹ ਫੜ ਕੇ ਉਹਨੂੰ ਅੰਦਰ ਲੈ ਵੜਦਾ। ਉਹਨੇ ਕਦੇ ਆਪਣੀ ਮਾਂ ਦੀ ਵੀ ਸ਼ਰਮ ਨਹੀਂ ਸੀ ਮੰਨੀ ਤੇ ਬੁੜੀ ਵਿਚਾਰੀ ਆਪ ਹੀ ਆਸੇ-ਪਾਸੇ ਹੋ ਜਾਂਦੀ ਸੀ। ਉਹਦੇ ਆਉਣ ਦਾ ਕੋਈ ਪੱਕਾ ਦਿਨ ਜਾਂ ਸਮਾਂ ਨਿਸ਼ਚਿਤ ਨਹੀਂ ਸੀ ਹੁੰਦਾ। ਕਦੇ ਉਹ ਸੁਬਹ ਸਵੇਰੇ ਆ ਬਾਰ 'ਚ ਹਾਰਨ ਮਾਰਦਾ, ਕਦੇ ਅੱਧੀ ਰਾਤ ਨੂੰ ਆ ਜਾਂਦਾ, ਕਦੇ ਉਹ ਦੁਪਹਿਰੇ ਆਉਂਦਾ, ਕਦੇ ਸ਼ਾਮ ਨੂੰ। ਉਹ ਆਉਂਦਾ ਮਗਰੋਂ ਜਾਣ ਦੀ ਕਾਹਲ ਉਹਨੂੰ ਪਹਿਲਾਂ ਹੁੰਦੀ। ਉਹ ਜਦੋਂ ਵੀ ਆਉਂਦਾ ਖਾਣ ਲਈ ਕੋਈ ਫਲ ਜਾਂ ਮਠਿਆਈ ਜ਼ਰੂਰ ਲੈ ਕੇ ਆਉਂਦਾ। ਜਗਦੇਵ ਨੂੰ ਆਪਣੇ ਪਿਤਾ ਦੇ ਆਉਣ ਦਾ ਚਾਅ ਚੜ੍ਹ ਜਾਂਦਾ, ਪਰ ਛੇਤੀ ਇਹ ਚਾਅ ਮੱਠਾ ਪੈ ਜਾਂਦਾ। ਉਹਦਾ ਪਿਤਾ ਉਹਨੂੰ ਪਿਆਰ ਵੀ ਬਹੁਤ ਕਰਦਾ, ਪਰ ਫਿਰ ਛੇਤੀ ਉਹਨੂੰ ਘੂਰਨ ਲੱਗ ਜਾਂਦਾ। ਉਹਨੂੰ ਆਪਣੇ ਪਿਓ ਤੋਂ ਡਰ ਵੀ ਬਹੁਤ ਆਉਂਦਾ। ਪਿਤਾ ਦਾ ਚਿਹਰਾ ਤੇ ਹਾਵ ਭਾਵ ਵੀ ਡਰਾਉਣੇ ਸੀ। ਉਹਦਾ ਰੰਗ ਗੋਰਾ, ਨੈਣ ਨਕਸ਼ ਭਾਵੇਂ ਸੋਹਣੇ ਸਨ, ਪਰ ਚਿਹਰੇ ਤੇ ਫਿਣਸੀਆਂ ਵਰਗੀਆਂ ਮੋਟੀਆਂ-ਮੋਟੀਆਂ ਗਮੂੜੀਆਂ ਜਿਹੀਆਂ ਸੀ ਤੇ ਉਹਦੀਆਂ ਅੱਖਾਂ ਹਮੇਸ਼ਾ ਹੀ ਲਾਲ ਝਰੰਗ ਰਹਿੰਦੀਆਂ, ਜਿਵੇਂ ਉਹਨਾਂ ਵਿੱਚੋਂ ਰੱਤ ਚਿਓ ਰਹੀ ਹੋਵੇ। ਉਹ ਦਾੜੀ ਕੱਟ ਕੇ ਤੇ ਖੱਤ ਕੱਢ ਕੇ ਰੱਖਦਾ। ਮੁੱਛਾਂ ਉਹਦੀਆਂ ਕੁੰਡੀਆਂ ਕੀਤੀਆਂ ਹੁੰਦੀਆਂ। ਕੱਦ ਉਹਦਾ 6 ਫੁੱਟ ਤੋਂ ਵੀ ਵੱਧ ਹੀ ਸੀ। ਤੇੜ ਹਮੇਸ਼ਾ ਉਹ ਚਿੱਟਾ ਦੁੱਧ ਕੁੜਤਾ ਤੇ ਖੜ-ਖੜ ਕਰਦਾ ਡੱਬੀਆਂ ਵਾਲਾ ਧੂੰਆਂ ਚਾਦਰਾ ਬੰਨਦਾ ਤੇ ਪੈਰੀਂ ਲੱਕ ਮਾਰਵੀਂ ਕੱਢਵੀਂ ਜੁੱਤੀ ਪਾਉਂਦਾ। ਪੱਗ ਉਹਨੇ ਸ਼ੁਰੂ ਤੋਂ ਹੀ ਨਹੀਂ ਸੀ ਬੰਨੀ। ਜੇ ਕਿਸੇ ਜਵਾਕ ਵੱਲੋਂ ਸੁਭਾਵਕ ਵੀ ਝਾਕ ਲੈਂਦਾ, ਜਵਾਕ ਦੀਆਂ ਲੇਰਾਂ ਨਿਕਲ ਜਾਂਦੀਆਂ। ਪਰ ਉਹਦਾ ਤਾਂ ਉਹ ਪਿਓ ਸੀ, ਉਸ ਨਾਲ ਉਹ ਲਾਡ ਬਾਡੀਆਂ ਕਰਦਾ। ਲੋਰ 'ਚ ਆਇਆ ਉਹਨੂੰ ਜੱਗਾ ਜੱਟ ਕਹਿੰਦਾ ਤੇ ਗਾਉਂਦਾ, ਜੱਗਾ ਜੱਟ ਨਹੀਂ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ। ਉਹ ਚੌੜ 'ਚ ਇੱਕ ਹੱਥ ਨਾਲ ਜਗਦੇਵ ਦਾ ਬਾਲਾ ਕੱਢ ਦਿੰਦਾ। ਉਹ ਬਹੁਤ ਜਰਵਾਣਾ ਸੀ। ਜਦੋਂ ਜਗਦੇਵ ਨੂੰ ਇੱਕ ਹੱਥ ਉਹਦੇ ਢਿੱਡ ਥੱਲੇ ਰੱਖ ਕੇ ਸਿਰ ਤੋਂ ਤਾਂ ਚੁੱਕੀ ਰੱਖਦਾ, ਜਗਦੇਵ ਦੀਆਂ ਟਾਢਾਂ ਨਿਕਲ ਜਾਂਦੀਆਂ। ਉਹਦੀ ਮਾਂ ਤੇ ਦਾਦੀ ਡਰਾਈਵਰ ਨੂੰ ਵਰਜਦੀਆਂ, ਪਰ ਉਹ ਸ਼ਰਾਬੀ ਹੋਇਆ ਹੱਸਦਾ ਰਹਿੰਦਾ। ਉਹਦੀ ਮਾਂ ਤਾਂ ਚੁੱਪ ਕਰਕੇ ਪਾਸੇ ਹੋ ਜਾਂਦੀ, ਪਰ ਦਾਦੀ ਦੁਹਾਈਆਂ ਪਾਉਂਦੀ, ਹਟ ਜਾਵੇ ਕਲਯੁਗੀਆ, ਐਵੇਂ ਤੇਰੇ ਵਰਗੇ ਮੱਛਰੇ ਜੱਟ ਨੇ ਸਲੰਗ ਨਾਲ ਮੁੰਡੇ ਦੇ ਢਿੱਡ 'ਚ ਕੁੱਤ-ਕੁੱਤ ਕਰਕੇ ਮੁੰਡਾ ਮਾਰ ਲਿਆ ਸੀ। ਇਸ ਤਰ੍ਹਾਂ ਉਹਨੂੰ ਆਪਣੇ ਪਿਓ ਦੇ ਆਉਣ ਦਾ ਚਾਅ ਵੀ ਚੜ੍ਹਦਾ ਤੇ ਡਰ ਵੀ ਲੱਗਦਾ, ਪਰ ਉਹਨੂੰ ਹਮੇਸ਼ਾ ਆਪਣੇ ਪਿਓ ਦੇ ਆਉਣ ਦੀ ਤਾਂਘ ਰਹਿੰਦੀ। ਉਹਦੇ ਜਾਣ ਤੋਂ ਬਾਅਦ ਘਰ 'ਚ 3 ਹੀ ਜੀਅ ਰਹਿ ਜਾਂਦੇ, ਦੋਵੇਂ ਮਾਂ ਪੁੱਤ ਤੇ ਤੀਜੀ ਦਾਦੀ, ਤੇ ਘਰ ਸੁੰਨਾ-ਸੁੰਨਾ ਹੋ ਜਾਂਦਾ। ਤੇ ਫਿਰ ਅਚਾਨਕ ਜਗਦੇਵ ਦੇ ਪਿਤਾ ਨੂੰ ਬੁਖਾਰ ਰਹਿਣ ਲੱਗ ਪਿਆ। ਉਹਨੂੰ ਕੋਈ ਚੰਦਰੀ ਬਿਮਾਰੀ ਚਿੰਬੜ ਗਈ ਸੀ। ਉਹਦਾ ਗੇਲੀ ਵਰਗਾ ਸਰੀਰ ਸੁੱਕ ਕੇ ਦਿਨਾਂ 'ਚ ਤੀਲਾ ਬਣ ਗਿਆ ਸੀ ਤੇ ਪੱਕੇ ਤੌਰ ਤੇ ਹੀ ਘਰੇ ਰਹਿਣ ਲੱਗ ਪਿਆ। ਉਹਨੇ ਟਰੱਕ ਵੀ ਵੇਚ ਦਿੱਤਾ। ਕੁਝ ਮਹੀਨਿਆਂ 'ਚ ਹੀ ਉਹਦੀ ਮੌਤ ਹੋ ਗਈ। ਉਸ ਦਿਨ ਜਗਦੇਵ ਕੇ ਘਰ ਬਹੁਤ ਇਕੱਠ ਹੋਇਆ। ਦੂਰ ਨੇੜ ਦੇ ਰਿਸ਼ਤੇਦਾਰ ਤੇ ਪਿੰਡ ਦੇ ਸਾਰੇ ਬੰਦੇ ਬੁੜੀਆਂ ਉਹਨਾਂ ਦੇ ਘਰੇ ਆ ਜੁੜੇ ਸੀ ਤੇ ਉਹਦੇ ਪਿਓ ਨੂੰ ਪੌੜੀ ਜੀ ਤੇ ਪਾ ਕੇ ਸਿਵਿਆਂ 'ਚ ਫੂਕ ਆਏ ਸੀ। ਕੁਝ ਚਿਰ ਬਾਅਦ ਉਹਦੀ ਮਾਂ ਨੇ ਵੀ ਮੰਜਾ ਮੱਲ ਲਿਆ। ਉਹੀ ਨਾਮੁਰਾਦ ਬਿਮਾਰੀ ਬਾਪੂ ਤੋਂ ਉਹਦੀ ਮਾਂ ਨੂੰ ਚਿੰਬੜ ਗਈ ਸੀ। ਉਹ ਵੀ ਦਿਨੋਂ ਦਿਨ ਘਟਦੀ ਜਾਂਦੀ ਸੀ ਤੇ ਕੋਈ ਦਵਾ ਦਾਰੂ ਉਸ ਤੇ ਅਸਰ ਨਹੀਂ ਸੀ ਕਰਦੀ। ਉਹ ਤੁਰੇ ਫਿਰਦੇ ਜਗਦੇਵ ਨੂੰ ਕੋਲ ਸੱਦ ਕੇ ਹਿੱਕ ਨਾਲ ਲਾ ਲੈਂਦੀ ਤੇ ਹੁਕੀ ਰੋਂਦੀ ਕਹਿੰਦੀ, ਰੱਬਾ ਮੇਰੇ ਜੱਗੇ ਪੁੱਤ ਦਾ ਕੀ ਬਣੂ। ਉਹਦੀ ਦਾਦੀ ਦੀ ਕਮਰ ਹੋਰ ਝੁਕ ਗਈ ਸੀ ਤੇ ਫਿਰ ਮਾਂ ਵੀ ਉਸੇ ਰਾਹ ਤੁਰ ਗਈ, ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਉਸ ਦਿਨ ਫੇਰ ਉਹਨਾਂ ਦੇ ਘਰ ਇਕੱਠ ਹੋਇਆ ਤੇ ਉਹਦੀ ਮਾਂ ਨੂੰ ਸਿਵਿਆਂ 'ਚ ਫੂਕ ਆਏ। ਮਾਂ ਦੇ ਭੋਗ ਵਾਲੇ ਦਿਨ ਰਿਸ਼ਤੇਦਾਰਾਂ ਦੇ ਇਕੱਠ 'ਚ ਦਾਦੀ ਪੋਤੇ ਦੇ ਭਵਿੱਖ ਦਾ ਫੈਸਲਾ ਹੋ ਗਿਆ। ਉਹਦੇ ਛੋਟੇ ਮਾਮਾ ਮਾਮੀ ਦੀ ਕੋਈ ਔਲਾਦ ਨਹੀਂ ਸੀ। ਮਾਮਾ ਹੁਣੇ ਫੌਜ 'ਚੋਂ ਪੈਨਸ਼ਨ ਆਇਆ ਸੀ ਤੇ ਉਹਨੇ ਘਰਵਾਲੀ ਦੀ ਸਹਿਮਤੀ ਨਾਲ ਭਾਣਜੇ ਨੂੰ ਗੋਦ ਲੈ ਲਿਆ। ਜਗਦੇਵ ਦੀ ਇੱਕੋ ਇੱਕ ਭੂਆ ਚੰਗੇ ਸਰ ਦੇ ਘਰ ਵਿਆਹੀ ਸੀ। ਉਹ ਮਾਂ ਨੂੰ ਆਪਣੇ ਨਾਲ ਲੈ ਗਈ। ਜਗਦੇਵ ਦਾ ਇੱਕ ਸਕਾ ਤਾਇਆ ਵੀ ਸੀ, ਜੋ ਬਹੁਤ ਸਾਲ ਪਹਿਲਾਂ ਇੱਥੋਂ ਆਪਣੀ ਜ਼ਮੀਨ ਤੇ ਘਰ-ਬਾਰ ਵੇਚ ਕੇ
ਗੰਗਾਨਗਰ ਜ਼ਿਲ੍ਹੇ ਦੇ ਕਿਸੇ ਪਿੰਡ 'ਚ ਜਾ ਵਸਿਆ ਸੀ ਤੇ ਉੱਥੇ ਉਹਦੀ ਮੌਤ ਹੋ ਗਈ ਸੀ। ਤਾਏ ਦੇ 2 ਮੁੰਡੇ ਸੀ, ਪਰ ਉਹ ਕਦੇ ਦੁੱਖ ਦੇ ਸੁੱਖ ਦੇ ਵੀ ਨਹੀਂ ਸੀ ਆਏ। ਡਰਾਈਵਰ ਦੀ ਮੌਤ ਤੋਂ ਬਾਅਦ ਪਿੰਡ ਦੇ ਸਰਪੰਚ ਤੇ ਜਗਦੇਵ ਦੇ ਫੁੱਫੜ ਨੇ ਡਰਾਈਵਰ ਦੀ ਵਸੀਅਤ ਮੁਤਾਬਕ ਉਹਦੀ 2 ਕਿੱਲੇ ਜ਼ਮੀਨ ਜਗਦੇਵ ਦੇ ਨਾਂ ਕਰਵਾ ਦਿੱਤੀ। ਉਹ ਆਪਣੇ ਨਾਨਕੇ ਪਿੰਡ ਹੀ ਪਲਿਆ ਤੇ ਗੱਭਰੂ ਹੋਇਆ। ਪਹਿਲ ਤਾਂ ਜਗਦੇਵ ਦਾ ਮਾਮਾ ਉਹਨੂੰ ਭੂਆ ਦੇ ਪਿੰਡ ਲੈ ਜਾਂਦਾ ਸੀ ਤੇ ਉਹਦੀ ਦਾਦੀ ਨੂੰ ਮਿਲਾ ਲਿਆਉਂਦਾ ਸੀ। ਫਿਰ ਵੱਡਾ ਹੋਇਆ ਜਗਦੇਵ ਆਪ ਹੀ ਭੂਆ ਦੇ ਪਿੰਡ ਜਾਣ ਲੱਗ ਪਿਆ ਤੇ ਉੱਥੇ ਕਈ ਦਿਨ ਉਹਨਾਂ ਕੋਲ ਰਿਹਾ ਹੁੰਦਾ। ਮਾਮੇ ਨੇ ਉਹਨੂੰ ਪੜ੍ਹਨ ਤਾਂ ਲਾਇਆ ਸੀ, ਪਰ ਪੜ੍ਹਾਈ 'ਚ ਰੁਚੀ ਨਾ ਹੋਣ ਕਾਰਨ ਉਹ 8ਵੀਂ ਨਾ ਟੱਪ ਸਕਿਆ ਤੇ ਸਕੂਲੋਂ ਹਟ ਗਿਆ। ਮਾਮਾ ਆਪਣੀ ਪਹਿਲੀ ਹਿੱਸੇ ਠੇਕੇ ਤੇ ਦਿੰਦਾ ਹੁੰਦਾ ਸੀ। ਜਗਦੇਵ ਪੜ੍ਹਨੋਂ ਹਟਿਆ ਤਾਂ ਉਹ ਆਪ ਵਾਹੀ ਕਰਨ ਲੱਗ ਪਏ। ਜਗਦੇਵ ਦੇ ਪਿੰਡ ਵਾਲੇ 2 ਕਿੱਲੇ ਵੇਚ ਕੇ ਉਹਨਾਂ ਆਪਣੀ ਜ਼ਮੀਨ ਨਾਲ ਲੱਗਦੇ 3 ਕਿੱਲੇ ਬੈਗ ਲੈ ਲਏ। ਉਹਨਾਂ ਕੋਲ 8 ਕਿੱਲਿਆਂ ਦਾ ਟੱਕ ਇੱਕ ਥਾਂ ਤੇ ਬਣ ਗਿਆ ਤੇ ਜਗਦੇਵ ਜੀ ਜਾਨ ਨਾਲ ਵਾਹੀ ਕਰਨ ਲੱਗਿਆ। ਉਹ ਸ਼ਰੀਫ ਤੇ ਸਾਊ ਮੁੰਡਾ ਨਿਕਲਿਆ ਤੇ ਨਸ਼ੇ ਪੱਤਿਆਂ ਤੋਂ ਬਚਿਆ ਰਿਹਾ। ਉਹ ਕਦੇ ਪਿੰਡ ਵੀ ਗੇੜਾ ਮਾਰ ਆਉਂਦਾ, ਪਰ ਉਹਦਾ ਬਹੁਤਾ ਮੋਹ ਤਾਂ ਭੂਆ ਦੇ ਪਰਿਵਾਰ ਨਾਲ ਹੀ ਸੀ। ਭੂਆ ਦਾ ਛੋਟਾ ਮੁੰਡਾ ਸੁਰਜੀਤ ਉਹ ਤੋਂ 5 ਸਾਲ ਹੀ ਵੱਡਾ ਸੀ। ਉਹਨੂੰ ਭਰਾਵਾਂ ਵਾਂਗ ਪਿਆਰ ਕਰਦਾ। ਨੇੜੇ ਦੀ ਵਾਟ ਹੋਣ ਕਾਰਨ ਉਹ 15-20 ਦਿਨੀ ਭੂਆ ਦੇ ਪਿੰਡ ਗੇੜਾ ਮਾਰ ਆਉਂਦਾ ਤੇ ਕਈ ਵਾਰ ਭੂਆ ਕਾ ਕੋਈ ਨਾ ਕੋਈ ਉਹਨਾਂ ਦੇ ਪਿੰਡ ਆ ਜਾਂਦਾ। ਰਿਸ਼ਤਾ ਵੀ ਉਹਨੂੰ ਸੁਰਜੀਤ ਦੀ ਵਹੁਟੀ ਰਣਜੀਤ ਨੇ ਆਪਣੀ ਭੈਣ ਦਾ ਹੀ ਕਰਵਾ ਦਿੱਤਾ ਸੀ। ਵਿਆਹ ਦਾ ਕਾਰਜ ਠੀਕ ਹੀ ਨੇਪਰੇ ਚੜ ਗਿਆ ਸੀ। ਜਗਦੇਵ ਨੂੰ ਆਪਣਾ ਮਾਂ ਪਿਓ ਤੇ ਦਾਦੀ ਬਹੁਤ ਯਾਦ ਆਏ। ਦਾਦੀ ਮਰੀ ਨੂੰ ਵੀ ਕਈ ਸਾਲ ਹੋ ਗਏ ਸੀ। ਜਗਦੇਵ ਦੀ ਮਾਮੀ ਜਦੋਂ ਉਹਨਾਂ ਉੱਤੋਂ ਪਾਣੀ ਵਾਰ ਕੇ ਪੀ ਰਹੀ ਸੀ ਤੇ ਕੁੜੀਆਂ ਗੀਤ ਗਾ ਰਹੀਆਂ ਸੀ। ਪਾਣੀ ਵਾਰ ਬੰਨੇ ਦੀਏ ਮਾਏ ਨੀ ਬੰਨਾ ਬੰਨੀ ਤੇਰੇ ਬਾਰ ਖੜੇ, ਤਾਂ ਜਗਦੇਵ ਤੋਂ ਆਪਣਾ ਰੋਣ ਠੱਲਿਆ ਨਾ ਗਿਆ। ਪਾਣੀ ਵਾਰਨ ਵਾਲੀ ਉਹਦੀ ਮਾਂ ਨਹੀਂ, ਮਾਮੀ ਸੀ। ਭਾਵੇਂ ਮਾਮੀ ਨੇ ਉਹਨੂੰ ਮਾਂ ਵਰਗਾ ਪਿਆਰ ਹੀ ਦਿੱਤਾ ਸੀ, ਪਰ ਫਿਰ ਵੀ ਉਹਨੂੰ ਆਪਣੀ ਮਾਂ ਦਾ ਸੋਹਣਾ ਤੇ ਭੋਲਾ ਭਾਲਾ ਮਾਸੂਮ ਚਿਹਰਾ ਅੱਜ ਬਹੁਤ ਹੀ ਯਾਦ ਆ ਰਿਹਾ ਸੀ। ਤੇ ਉਹਦਾ ਪਿਓ। ਜਗਦੇਵ 4ਥੀ ਜਮਾਤ 'ਚ ਸੀ। ਨੇੜੇ ਦੇ ਘਰਾਂ ਵਾਲੇ ਵਿਦਿਆਰਥੀ ਅੱਧੀ ਛੁੱਟੀ ਹੋਣ ਤੇ ਦੜੰਗੇ ਮਾਰਦੇ ਘਰਾਂ ਨੂੰ ਭੱਜ ਆਉਂਦੇ। ਛੁੱਟੀ ਖਤਮ ਹੋਣ ਤੇ ਘੰਟੀ ਦੀ ਆਵਾਜ਼ ਸੁਣ ਕੇ ਭੱਜ ਕੇ ਸਕੂਲ ਪਹੁੰਚ ਜਾਂਦੇ। ਜਗਦੇਵ ਵੀ ਅੱਧੀ ਛੁੱਟੀ ਘਰ ਆ ਜਾਂਦਾ ਸੀ। ਉਸ ਦਿਨ ਵੀ ਅੱਧੀ ਛੁੱਟੀ ਘਰ ਨੂੰ ਆ ਰਿਹਾ ਸੀ ਤੇ ਬਾਹਰ ਮੂਹਰੇ ਟਰੱਕ ਖੜਾ ਵੇਖ ਕੇ ਉਹਨੂੰ ਚਾਅ ਚੜ ਗਿਆ। ਉਹ ਘਰ ਨੂੰ ਭੱਜ ਪਿਆ। ਉਹਦਾ ਬਾਪੂ ਚੌਂਤਰੇ ਕੋਲ ਹੀ ਵਿਹੜੇ 'ਚ ਰੱਖੇ ਪਟੜੇ ਤੇ ਬੈਠਾ ਨਹਾ ਰਿਹਾ ਸੀ। ਉਹ ਜਾ ਕੇ ਮਾਂ ਦੀਆਂ ਲੱਤਾਂ ਨੂੰ ਚਿੰਬੜ ਗਿਆ। ਉਸੇ ਵਕਤ ਉਹਦਾ ਬਾਪ ਨਹਾ ਕੇ ਆ ਗਿਆ ਤੇ ਉਹਨੂੰ ਚੁੱਕ ਕੇ ਮੂੰਹ ਚੁੰਮਣ ਲੱਗਿਆ। ਉਹਨੂੰ ਉਹਦੇ ਮੂੰਹ 'ਚੋਂ ਗੰਦੀ ਹਵਾੜ ਆਈ ਤੇ ਸੱਜਰੀ ਕੱਟੀ ਦਾੜੀ ਦੇ ਕਰਚੇ ਉਹਦੀਆਂ ਗੱਲਾਂ 'ਚ ਖੁੱਭਣ ਲੱਗੇ ਤਾਂ ਆਪਣਾ ਮੂੰਹ ਪਾਸੇ ਫੇਰਨ ਲੱਗਿਆ। ਬਾਪ ਨੇ ਉਹਨੂੰ ਥੱਲੇ ਉਤਾਰ ਦਿੱਤਾ। ਉਹਨੇ ਮਾਂ ਤੋਂ ਰੋਟੀ ਮੰਗੀ ਤਾਂ ਮਾਂ ਨੇ ਇੱਕ ਕੇਲਾ ਦੇ ਦਿੱਤਾ। ਉਹਨੇ ਤੁਰੰਤ ਛਿੱਲੜ ਲਾ ਕੇ ਸੁੱਟੇ ਕੇਲਾ ਖਾ ਕੇ ਫਿਰ ਰੋਟੀ ਦੀ ਮੰਗ ਕਰਨ ਲੱਗਾ। ਕਮਰੇ 'ਚ ਖੜਾ ਬਾਪ ਉਹਦੀ ਮਾਂ ਨੂੰ ਅੰਦਰ ਸੱਦ ਰਿਹਾ ਸੀ। ਉਹਨੇ ਤੇੜ ਸਿਰਫ ਚਾਦਰਾ ਹੀ ਬੰਨਿਆ ਹੋਇਆ ਸੀ। ਰੋਟੀ ਤਾਂ ਹੈ ਨਹੀਂ ਪੁੱਤ, ਤੇਰੇ ਬਾਪੂ ਨੇ ਆ ਕੇ ਖਾ ਲਈ। ਤੂੰ ਐਂ ਕਰ, ਇੱਕ ਕੇਲਾ ਹੋਰ ਖਾ ਲੈ ਤੇ ਸਕੂਲ ਭੱਜ ਜਾ। ਇਹ ਕਹਿ ਕੇ ਮਾਂ ਨੇ ਉਹਨੂੰ ਕੇਲਾ ਹੋਰ ਦੇ ਦਿੱਤਾ ਤੇ ਉਹਦੀ ਪਿੱਠ ਥਾਪੜੀ, ਪਰ ਉਹ ਕੇਲਾ ਲੈ ਕੇ ਵੀ ਖੜਾ ਰਿਹਾ। ਬੀਬੀ ਭੁੱਖ ਵਾਲੀ ਲੱਗੀ ਆ, ਹੋਰ ਪਕਾ ਦੇ। ਉਹਨੇ ਤਰਲਾ ਲਿਆ। ਮਾਂ ਬੇਬਸ ਸੀ। ਉਹਨੇ ਤਰਲੇ ਭਰੀਆਂ ਅੱਖਾਂ ਨਾਲ ਪਤੀ ਵੱਲ ਵੇਖਿਆ। ਪਤੀ ਦੀਆਂ ਅੱਖਾਂ 'ਚੋਂ ਰੱਤ ਹੋਰ ਚਿਉਣ ਲੱਗੀ। ਤੇ ਜਿਹੜੀ ਭੁੱਖ ਮੈਨੂੰ ਲੱਗੀ ਆ, ਕਹਿ ਕੇ ਉਹਨੇ ਆ ਕੇ ਪਤਨੀ ਦਾ ਗੁੱਟ ਫੜਿਆ ਤੇ ਕਮਰੇ 'ਚ ਲਿਜਾਣ ਲੱਗਿਆ। 1 ਮਿੰਟ ਸਬਰ ਵੀ ਕਰ ਲੈ। ਉਹਨੇ ਪਤੀ ਨੂੰ ਝਿੜਕਿਆ ਤੇ ਗੁੱਟ ਛੁਡਾ ਕੇ ਜਗਦੇਵ ਨੂੰ ਪੁਚਕਾਰ ਕੇ ਗਲੀ ਵਾਲੇ ਬਾਰ ਕੋਲ ਛੱਡ ਆਈ। ਤੁਰੇ ਜਾਂਦੇ ਜਗਦੇਵ ਨੇ ਕੇਲਾ ਖਾ ਲਿਆ ਸੀ, ਪਰ ਗਾਂਹ ਜਾਣ ਦੀ ਬਜਾਏ ਉੱਥੇ ਹੀ ਖੜਾ ਹੋ ਰਿਹਾ। ਬੀਬੀ ਮੁੜ ਕੇ ਕਮਰੇ 'ਚ ਵੜ ਗਈ ਤੇ ਕਮਰੇ ਦਾ ਬੂਹਾ ਬੰਦ ਹੋ ਗਿਆ। ਦਾਦੀ ਵਿਹੜੇ ਦੇ ਇੱਕ ਪਾਸੇ ਛੱਤੇ ਪਸ਼ੂਆਂ ਵਾਲੇ ਛੱਤੜੇ ਕੋਲ ਡਾਏ ਮੰਜੇ ਤੇ ਜਾਗੋ ਮੀਚੀ ਜੀ 'ਚ ਪਈ ਸੀ। ਉਹਨੂੰ ਕੋਈ ਇਲਮ ਨਹੀਂ ਸੀ ਕਿ ਘਰ 'ਚ ਕੀ ਨਾਟਕ ਚੱਲ ਰਿਹਾ। ਜਗਦੇਵ ਘਰੋਂ ਨਿਕਲ ਕੇ ਗਲੀ 'ਚ ਆਇਆ, ਪਰ ਉਹਦੇ ਪੈਰ ਸਕੂਲ ਜਾਣ ਤੋਂ ਆਕੀ ਹੋ ਗਏ। ਉਹ ਵਾਪਸ ਮੁੜ ਪਿਆ। ਬਿੱਲੀ ਵਾਂਗ ਸ਼ਹਿ ਕੇ ਹੌਲੀ-ਹੌਲੀ ਉਸ ਕਮਰੇ ਦੇ ਬਾਹਰ ਅੱਗੇ ਆ ਗਿਆ, ਜਿਸ ਕਮਰੇ 'ਚ ਬੀਬੀ ਵੜੀ ਸੀ। ਉਹਦੇ ਬਾਰ ਨਾਲ ਜੰਗਲਾ ਸੀ ਤੇ ਜੰਗਲੇ ਦੀ ਬਾਰੀ ਵੀ ਬੰਦ ਸੀ। ਜੰਗਲੇ ਦੇ ਉੱਪਰ ਸੀਮੈਂਟ ਨਾਲ ਬਣੀ ਜਾਲੀ ਵਾਲਾ ਰੋਸ਼ਨਦਾਨ ਸੀ, ਜਿਹਦੀ ਜਾਲੀ ਥੋੜੀ ਜਿਹੀ ਟੁੱਟੀ ਹੋਈ ਸੀ। ਭੋਰਾ ਵੀ ਖੜਕਾ ਕੀਤੇ ਬਿਨਾਂ ਉਹ ਜੰਗਲੇ ਦੇ ਵਿੱਚ ਲੇਟਵੇਂ ਦਾ ਲੱਗੇ ਲੋਹੇ ਦੇ ਸਰੀਆਂ ਨੂੰ ਹੱਥ ਪਾ ਕੇ ਤਾਂ ਚੜ੍ਹਦਾ ਗਿਆ ਤੇ ਰੋਸ਼ਨਦਾਨ 'ਚੋਂ ਕਮਰੇ ਦੇ ਅੰਦਰਲਾ ਦ੍ਰਿਸ਼ ਵੇਖਣ ਲੱਗਿਆ। ਤੇ ਫਿਰ ਉਹ ਉਸੇ ਪਲ ਹੇਠਾਂ ਉਤਰ ਆਇਆ। ਹੇਠਾਂ ਆ ਕੇ ਉਹ ਡੌਰ ਭੌਰ ਸਤਹੀਣ ਜਿਹਾ ਹੋਇਆ ਖੜਾ ਸੀ। ਵਿਹੜੇ 'ਚ ਕੁੱਕੜ ਇੱਕ ਕੁੱਕੜੀ ਨੂੰ ਭਜਾਈ ਫਿਰਦਾ ਸੀ। ਥੋੜਾ ਜਿਹਾ ਭੱਜ ਕੇ ਕੁੱਕੜੀ ਨੇ ਹਾਰ ਮੰਨ ਲਈ ਤੇ ਸਿਰ ਸੁੱਟ ਕੇ ਬੈਠ ਗਈ। ਕੁੱਕੜ ਨੇ ਉਹਦੀ ਕਲਗੀ ਫੜੀ ਤੇ ਉਹਦੇ ਉੱਤੇ ਚੜ੍ਹ ਕੇ ਥੱਲੇ ਉਤਰ ਆਇਆ। ਥੱਲੇ ਉਤਰਦਾ ਹੀ ਖੰਭ ਫੜਫੜਾ ਕੇ ਜੇਤੂ ਅੰਦਾਜ਼ 'ਚ ਬਾਂਗ ਦੇਣ ਲੱਗਿਆ।
ਜਗਦੇਵ ਨੇ ਚੁੱਲ੍ਹੇ ਕੋਲ ਪਈ ਫੂਕਣੀ ਚੁੱਕ ਕੇ ਕੁੱਕੜ ਦੇ ਵਗਾਹ ਮਾਰੀ। ਫੂਕਣੀ ਕੁੱਕੜ ਦੇ ਪਿਛਲੇ ਪੁੰਜੇ 'ਚ ਵੱਜੀ ਤੇ ਉਹ ਬਾਂਗ ਵਿਚਾਲੇ ਹੀ ਛੱਡ ਕੇ ਗਾਂਹ ਭੱਜ ਗਿਆ। ਐਨ ਉਸੇ ਸਮੇਂ ਅੱਧੀ ਛੁੱਟੀ ਖਤਮ ਹੋਣ ਦੀ ਘੰਟੀ ਦੀ ਆਵਾਜ਼ ਉਹਦੇ ਕੰਨਾਂ 'ਚ ਪਈ। ਅੱਗੇ ਉਹ ਘੰਟੀ ਦੀ ਆਵਾਜ਼ ਸੁਣਨ ਸਾਰ ਸਕੂਲ ਨੂੰ ਛੂਟ ਵੱਟ ਜਾਂਦਾ ਸੀ, ਪਰ ਅੱਜ ਉਹ ਤੋਂ ਭੱਜਿਆ ਨਾ ਗਿਆ ਤੇ ਉਹ ਪੈਰੀਂ ਪਾਈਆਂ ਚੱਪਲਾਂ ਘੜੀਸਦਾ ਸਕੂਲ ਨੂੰ ਤੁਰ ਪਿਆ। ਜਗਦੇਵ ਬੈੱਡ ਤੋਂ ਉੱਠਿਆ ਤੇ ਕਮਰੇ ਦਾ ਬਾਰ ਖੋਲ੍ਹ ਕੇ ਬਾਹਰ ਨਿਕਲ ਗਿਆ। ਬਾਰ ਦੇ ਨਾਲ ਹੀ ਵਰਾਂਡੇ 'ਚ ਮਾਮਾ ਮਾਮੀ ਤੇ ਮਾਸੀ ਮਾਸੜ ਆਪੋ ਆਪਣੇ ਮੰਜਿਆਂ ਤੇ ਘੂਕ ਸੁੱਤੇ ਪਏ ਸੀ। ਸੁਰਜੀਤ ਸਿੰਘ ਤੇ ਉਹਦੀ ਵਹੁਟੀ ਦੂਜੇ ਕਮਰੇ 'ਚ ਸੀ। ਉਹਨੇ ਰੋਸ਼ਨਦਾਨ ਵੱਲ ਨਿਗਾਹ ਮਾਰੀ, ਵਿਹੜੇ 'ਚ ਆ ਕੇ ਕੋਠਿਆਂ ਦੀਆਂ ਛੱਤਾਂ ਵੱਲ ਵੇਖਿਆ। 100 ਵਾਟ ਦੇ ਬਲਬ ਦੀ ਰੌਸ਼ਨੀ ਨੇ ਵਿਹੜੇ 'ਚ ਦਿਨ ਚੜ੍ਹਾ ਰੱਖਿਆ ਸੀ। ਵਿਹੜੇ 'ਚ ਡਾਹੀ ਮੰਜੀ ਤੇ ਬੈਠਾ ਉਹਦਾ ਕੁੱਤਾ ਭੂਰੂ ਛਾਲ ਮਾਰ ਕੇ ਉਸ ਕੋਲ ਆ ਖਲੋਤਾ ਤੇ ਪੂਛ ਮਾਰਨ ਲੱਗਿਆ। ਵੀਹੀ ਵਾਲੇ ਵੱਡੇ ਬਾਰ ਕੋਲ ਜਾ ਕੇ ਉਹਨੇ ਪਿਸ਼ਾਬ ਕੀਤਾ, ਨਲਕੇ ਤੋਂ ਹੱਥ ਧੋਤੇ ਤੇ ਬੈੱਡ ਤੇ ਆ ਕੇ ਪੈ ਗਿਆ। ਵਹੁਟੀ ਵੀ ਬਾਥਰੂਮ 'ਚੋਂ ਆ ਕੇ ਉਹਦੇ ਨਾਲ ਪੈ ਗਈ ਤੇ ਉਹਦੀ ਛਾਤੀ ਤੇ ਬਾਂਹ ਰੱਖਦੀ ਪੁੱਛਣ ਲੱਗੀ, ਤੁਹਾਨੂੰ ਕੀ ਹੋ ਗਿਆ ਸੀ? ਅਚਾਨਕ ਬਾਹਰ ਕਿਉਂ ਚਲੇ ਗਏ ਸੀ? ਨਹੀਂ, ਕੁਛ ਨਹੀਂ, ਬਸ ਐਵੇਂ ਹੀ। ਉਹਨੂੰ ਕੋਈ ਜਵਾਬ ਨਾ ਔੜਿਆ ਤੇ ਉਹ ਪਿਆ ਫੇਰ ਰੌਸ਼ਨਦਾਨ ਵੱਲ ਵੇਖਣ ਲੱਗ ਪਿਆ। ਧੰਨਵਾਦ।